ਹੈਲੋ ਪਿਆਰੇ ਬੱਚਿਓ, ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 5th ਦਾ ਲੈਸਨ ਨੰਬਰ 7 ਜਿਸ ਦਾ ਨਾਮ ਹੈ ਗਲੋਬਲ ਵਾਰਮਿੰਗ। ਦੋਸਤੋ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਚੈਪਟਰ ਨੂੰ ਪੜਾਂਗੇ, ਸਮਝਾਂਗੇ ਤੇ ਇਸ ਤੋਂ ਬਾਅਦ ਇਸ ਦੇ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼ ਕਰਾਂਗੇ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਸਿੱਖਦੇ ਹਾਂ ਨਿਊ ਵਰਡਸ, ਨਵੇਂ ਸ਼ਬਦ। ਗਲੋਬਲ ਦਾ ਅਰਥ ਹੁੰਦਾ ਸੰਸਾਰਿਕ। ਵਾਰਨਿੰਗ ਚੇਤਾਵਨੀ। ਵਹੀਕਲਸ ਵਾਹਨ। ਟਰੈਪ ਜਾਲ। ਸਟਬਲ ਪਰਾਲੀ ਜਾਂ ਫਸਲਾਂ ਦੀ ਰਹਿੰਦ ਖੂੰਹਦ। ਪੋਲਿਊਸ਼ਨ ਪ੍ਰਦੂਸ਼ਣ। ਹਾਰਮਫੁਲ ਹਾਨੀਕਾਰਕ। ਇਰੈਡੀਕੇਟ ਮਿਟਾਉਣਾ। ਤੇ ਹੁਣ ਅਸੀਂ ਕਰਾਂਗੇ ਪ੍ਰੀ ਰੀਡਿੰਗ, ਪਾਠ ਪੜ੍ਹਨ ਤੋਂ ਪਹਿਲਾਂ। ਨੇਮ ਦਾ ਪਲੈਨਟ ਔਨ ਵਿਚ ਵੀ ਲਿਵ। ਤੇ ਅਸੀਂ ਕਿਹੜੇ ਪਲੈਨਟ ਵਿੱਚ ਰਹਿੰਦੇ ਹਾਂ? ਪਲੈਨਟ ਦਾ ਨਾਂ ਹੈ ਅਰਥ। ਵੇਅਰ ਡੂ ਵੀ ਗੈਟ ਆਕਸੀਜਨ ਫਰੋਮ। ਸਾਨੂੰ ਆਕਸੀਜਨ ਕਿੱਥੋਂ ਮਿਲਦੀ ਹੈ? ਟਰੀਜ਼ ਰੁੱਖਾਂ ਤੋਂ। ਤੇ ਥਰਡ ਕੁਐਸਚਨ ਹੈ ਵਟ ਵਿਲ ਹੈਪਨ ਇਫ ਆਲ ਟਰੀਜ਼ ਆਰ ਕੱਟ। ਜੇ ਸਾਰੇ ਰੁੱਖਾਂ ਨੂੰ ਕੱਟ ਦਿੱਤਾ ਜਾਏ ਤਾਂ ਕੀ ਹੋਏਗਾ? ਤੇ ਸਾਨੂੰ ਇਸ ਪ੍ਰਸ਼ਨ ਦਾ ਉੱਤਰ ਹੈ ਕਮੈਂਟ ਬਾਕਸ ਵਿੱਚ ਦੱਸੋ ਤੇ ਅਸੀਂ ਪੋਇਮ ਨੂੰ ਹੁਣ ਪੜ੍ਹਦੇ ਹਾਂ। Cutting of trees is giving us a warning that there is an increase in global warming। ਤੇ ਇਹਨਾਂ ਸਤਰਾਂ ਦਾ, ਇਹਨਾਂ ਲਾਈਨਾਂ ਦਾ ਅਰਥ ਹੈ ਕਿ ਰੁੱਖਾਂ ਦੀ ਕਟਾਈ ਸਾਨੂੰ ਇਹ ਚੇਤਾਵਨੀ ਦੇ ਰਹੀ ਹੈ ਕਿ ਰੁੱਖਾਂ ਦੀ ਕਟਾਈ ਤੋਂ ਸਾਨੂੰ ਕੀ ਚੇਤਾਵਨੀ ਮਿਲ ਰਹੀ ਹੈ ਕਿ ਗਲੋਬਲ ਵਾਰਮਿੰਗ, ਕਿ ਧਰਤੀ ਦਾ ਤਾਪਮਾਨ ਹੈ ਉਹ ਵੱਧ ਰਿਹਾ। ਤੇ ਕੀ ਹੋ ਰਿਹਾ ਕਿ ਮਨੁੱਖ ਰੁੱਖਾਂ ਨੂੰ ਕੱਟ ਰਿਹਾ, ਜਿਸ ਕਾਰਨ ਗਲੋਬਲ ਵਾਰਮਿੰਗ, ਧਰਤੀ ਦਾ ਤਾਪਮਾਨ ਹੈ ਉਹ ਵੱਧ ਰਿਹਾ, ਧਰਤੀ ਦਾ ਟੈਂਪਰੇਚਰ ਵੱਧ ਰਿਹਾ। It's increasing day by day. We all are aware. To control it, we really don't care। ਕਿ ਧਰਤੀ ਦਾ ਟੈਂਪਰੇਚਰ ਦਿਨ ਬ ਦਿਨ ਵੱਧ ਰਿਹਾ ਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਅਵੇਅਰ ਦਾ ਮਤਲਬ ਹੈ ਕਿਸੇ ਗੱਲ ਦਾ ਪਤਾ ਹੋਣਾ। ਪਰ ਅਸੀਂ ਇਸ ਨੂੰ ਕੰਟਰੋਲ ਕਿਸ ਤਰ੍ਹਾਂ ਕਰੀਏ ਤਾਂ ਇਸ ਗੱਲ ਦੀ ਅਸੀਂ ਪਰਵਾਹ ਨਹੀਂ ਕਰਦੇ। ਤੇ ਕਹਿਣ ਦਾ ਅਰਥ ਹੈ ਕਿ ਧਰਤੀ ਦੇ ਲੋਕ ਹੈ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਗਲੋਬਲ ਵਾਰਮਿੰਗ ਹੈ ਨਹੀਂ ਹੋਣ ਦੇਣੀ। ਤੇ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ ਤੇ ਇਸ ਗੱਲ ਦੀ ਅਸੀਂ ਪਰਵਾਹ ਨਹੀਂ ਕਰਦੇ। The burning of stubble is spreading pollution and we haven't still found any solution। ਤੇ ਪਰਾਲੀ ਨੂੰ ਸਾੜਨ ਨਾਲ ਜਿਹੜਾ ਪੋਲਿਊਸ਼ਨ ਹੈ, ਪ੍ਰਦੂਸ਼ਣ ਹੈ, ਬਹੁਤ ਵੱਧ ਰਿਹਾ ਹੈ ਤੇ ਫਿਰ ਵੀ ਅਸੀਂ ਇਸ ਗੱਲ ਦਾ ਕੋਈ ਹੱਲ ਨਹੀਂ ਕੱਢਿਆ। ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਫਿਰ ਵੀ ਅਸੀਂ ਇਸ ਗੱਲ ਦਾ ਕੋਈ ਹੱਲ ਨਹੀਂ ਲੱਭਿਆ। Use of vehicles is increasing day by day, out of which harmful emissions are finding way। Use of vehicles ਦਾ ਮਤਲਬ ਹੈ ਵਾਹਨਾਂ ਦੀ ਵਰਤੋਂ। ਹਾਰਮਫੁਲ emissions ਹੁੰਦਾ ਹਾਨੀਕਾਰਕ ਗੈਸਾਂ। ਤੇ ਦਿਨੋਂ ਦਿਨ ਵਾਹਨਾਂ ਦੀ ਵਰਤੋਂ, ਗੱਡੀਆਂ ਦੀ ਵਰਤੋਂ ਹੈ ਉਸ ਵਿੱਚ ਵਾਧਾ ਹੋ ਰਿਹਾ, ਜਿਸ ਕਾਰਨ ਐਟਮੋਸਫੇਅਰ ਵਿੱਚ ਹਾਨੀਕਾਰਕ ਗੈਸਾਂ ਉਹ ਆ ਰਹੀਆਂ ਹਨ। High use of fertilizers has raised Earth's temperature, which is indeed a threat to Mother Nature। ਫਰਟੀਲਾਈਜ਼ਰਸ ਹੁੰਦੇ ਨੇ ਖਾਦ, ਤੇ ਖਾਦਾਂ ਦੀ ਬਹੁਤੀ ਵਰਤੋਂ ਕਰਕੇ, ਵਧੇਰੀ ਵਰਤੋਂ ਕਰਕੇ ਜਿਹੜਾ ਅਰਥ ਦਾ ਟੈਂਪਰੇਚਰ ਹੈ, ਧਰਤੀ ਦਾ ਤਾਪਮਾਨ ਹੈ ਉਹ ਵੱਧ ਰਿਹਾ ਹੈ, ਜੋ ਕਿ ਸਾਡੀ ਮਦਰ ਨੇਚਰ ਦੇ ਲਈ, ਕੁਦਰਤ ਮਾਂ ਦੇ ਲਈ ਬਹੁਤ ਵੱਡਾ ਖਤਰਾ ਹੈ, ਬਹੁਤ ਵੱਡੀ ਥ੍ਰੈਟ ਹੈ। Our life will soon become a dreadful hell and on this planet it will be difficult to dwell। ਤੇ ਡਰੈਡਫੁਲ ਦਾ ਅਰਥ ਹੁੰਦਾ ਭਿਆਨਕ, ਹੈਲ ਦਾ ਮਤਲਬ ਹੁੰਦਾ ਨਰਕ, ਤੇ ਡਵੈਲ ਦਾ ਅਰਥ ਹੁੰਦਾ ਰਹਿਣਾ। ਤੇ ਇੱਥੇ ਇਹ ਕਿਹਾ ਹੈਗਾ ਕਿ ਰੁੱਖਾਂ ਦੀ ਕਟਾਈ ਦੇ ਕਾਰਨ, ਪਰਾਲੀ ਦੇ ਸਾੜਨ ਦੇ ਕਾਰਨ, ਗੱਡੀਆਂ ਦੀ, ਵਾਹਨਾਂ ਦੀ ਅਤੇ ਖਾਦ ਦੀ, ਫਰਟੀਲਾਈਜ਼ਰਸ ਦੀ ਬਹੁਤੀ ਵਰਤੋਂ ਕਰਕੇ ਜਿਹੜਾ ਸਾਡਾ ਪਲੈਨਟ ਹੈ, ਜਿਹੜੀ ਸਾਡੀ ਧਰਤੀ ਹੈ ਉਹ ਬਹੁਤ ਹੀ ਛੇਤੀ ਡਰੈਡਫੁਲ ਹੈਲ ਬਣ ਜਾਊਗੀ, ਭਿਆਨਕ ਨਰਕ ਬਣ ਜਾਊਗੀ ਅਤੇ ਇਸ ਧਰਤੀ ਵਿੱਚ ਰਹਿਣਾ ਵੀ ਬਹੁਤ ਔਖਾ ਹੋ ਜਾਏਗਾ। Now we should find solution for global warming। ਤੇ ਸਾਨੂੰ ਇਸ ਗੱਲ ਦਾ ਹੱਲ ਹੈ ਉਹ ਲੱਭਣਾ ਹੀ ਪੈਣਾ to make the earth worth living for generations coming। ਤੇ ਇੱਥੇ worth living ਦਾ ਅਰਥ ਹੈ ਰਹਿਣ ਯੋਗ। ਤੇ ਸਾਨੂੰ ਇਸ ਗੱਲ ਦਾ ਹੱਲ ਕਿਉਂ ਲੱਭਣਾ ਪੈਣਾ ਤਾਂ ਜੋ ਅਸੀਂ ਧਰਤੀ ਮਾਂ ਨੂੰ, ਅਰਥ ਨੂੰ ਰਹਿਣ ਯੋਗ ਬਣਾ ਸਕੀਏ। ਕਿਹਨਾਂ ਵਾਸਤੇ ਰਹਿਣ ਯੋਗ ਬਣਾ ਸਕੀਏ? for generations coming, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਧਰਤੀ ਨੂੰ ਰਹਿਣ ਯੋਗ ਬਣਾ ਸਕੀਏ। ਇਸ ਕਰਕੇ ਸਾਨੂੰ ਇਸ ਗੱਲ ਦਾ ਹੱਲ ਲੱਭਣਾ ਪੈਣਾ ਹੈ। ਤੇ ਬੱਚਿਓ, ਅਸੀਂ ਇਸ ਕਹਾਣੀ ਵਿੱਚ ਇਹ ਸਿੱਖਿਆ ਕਿ ਸਾਨੂੰ ਰੁੱਖ ਨਹੀਂ ਕੱਟਣੇ ਚਾਹੀਦੇ, ਅਸੀਂ ਰੁੱਖਾਂ ਦੀ ਕਟਾਈ ਨਹੀਂ ਕਰਨੀ, ਅਸੀਂ ਪਰਾਲੀ ਨੂੰ ਨਹੀਂ ਸਾੜਨਾ।
ਤੇ ਗੱਡੀਆਂ ਅਤੇ ਖਾਦ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਤਾਂ ਜੋ ਗਲੋਬਲ ਵਾਰਮਿੰਗ ਤੋਂ ਬਚਿਆ ਜਾ ਸਕੇ। ਤੇ ਪਿਆਰੇ ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਹੁਣ ਅਸੀਂ ਕਰਦੇ ਹਾਂ ਇਸ ਦੇ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼। ਸਭ ਤੋਂ ਪਹਿਲਾਂ ਫਿਲ ਇਨ ਦਾ ਬਲੈਂਕਸ, ਜਿਸ ਵਿੱਚ ਸਭ ਤੋਂ ਪਹਿਲਾਂ ਕਟਿੰਗ ਆਫ ਟਰੀਜ਼ ਇਜ਼ ਗਿਵਿੰਗ ਅਸ ਅ ਵਾਰਨਿੰਗ। ਦੂਜਾ, ਹਾਈ ਯੂਜ਼ ਆਫ ਫਰਟੀਲਾਈਜ਼ਰਸ ਹੈਜ਼ ਰੇਜ਼ਡ ਅਰਥਸ ਟੈਂਪਰੇਚਰ। ਗਲੋਬਲ ਵਾਰਮਿੰਗ ਇਜ਼ ਅ ਬਰਨਿੰਗ ਟੌਪਿਕ। ਬਰਨਿੰਗ ਟੌਪਿਕ ਦਾ ਅਰਥ ਹੁੰਦਾ ਪੱਖ ਦਾ ਮੁੱਦਾ। Use of vehicles is increasing day by day. On this planet, it will be difficult to dwell. ਤੇ next question ਹੈ, write the rhyming words used in the poem. ਤੇ ਇਸ poem ਵਿੱਚ ਜਿਹੜੇ rhyming words use ਹੋਏ ਨੇ ਤੇ ਉਹਨਾਂ ਨੂੰ ਅਸੀਂ ਲਿਖਣਾ। ਤੇ rhyming words ਕਿਹੜੇ ਹੁੰਦੇ ਨੇ? ਇੱਕ ਹੀ ਲੈ ਵਾਲੇ ਸ਼ਬਦ ਵੀ ਜਿਹੜੇ ਸ਼ਬਦਾਂ ਦੀ ਐਂਡਿੰਗ ਸਾਊਂਡ ਹੈ ਉਹ ਸੇਮ ਹੁੰਦੀ ਹੈ, ਜਿਵੇਂ ਕਿ ਵਾਰਨਿੰਗ, ਵਾਰਮਿੰਗ। ਤੇ ਇਸ ਤਰ੍ਹਾਂ ਦੇ ਹੋਰ ਕਿਹੜੇ ਵਰਡਸ poem ਵਿੱਚ ਯੂਜ਼ ਹੋਏ ਹਨ? ਅਵੇਅਰ, ਕੇਅਰ, ਇਹਨਾਂ ਵਿੱਚ ਆਰੀ ਵਾਲੀ ਸਾਊਂਡ ਹੈ ਉਹ ਐਂਡਿੰਗ ਸਾਊਂਡ ਹੈ। ਪੋਲਿਊਸ਼ਨ, ਸੋਲਿਊਸ਼ਨ, ਡੇ, ਵੇ, ਹੈਲ, ਡਵੈਲ, ਟੈਂਪਰੇਚਰ, ਨੇਚਰ। ਇਸ ਤੋਂ ਬਾਅਦ ਟਰੂ ਔਰ ਫਾਲਸ ਤੇ ਅਸੀਂ ਲਿਖਣਾ ਹੈ ਟਰੂ, ਜਿਸ ਦਾ ਅਰਥ ਹੁੰਦਾ ਠੀਕ, ਜਾਂ ਫਾਲਸ, ਫਾਲਸ ਦਾ ਅਰਥ ਹੈ ਗਲਤ। ਵੀ ਸ਼ੁੱਡ ਕੱਟ ਮੋਰ ਐਂਡ ਮੋਰ ਟਰੀਜ਼, ਤੇ ਇਹ ਫਾਲਸ ਹੈ ਕਿਉਂਕਿ ਸਾਨੂੰ ਰੁੱਖਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਵੀ ਸ਼ੁੱਡ ਯੂਜ਼ ਲੈਸ ਫਰਟੀਲਾਈਜ਼ਰਸ, ਇਹ ਟਰੂ ਹੈ। ਇਸ ਤੋਂ ਬਾਅਦ ਰਾਈਜ਼ ਇਨ ਟੈਂਪਰੇਚਰ ਵਿਲ ਮੇਕ ਆਰ ਲਾਈਫ ਹੈਪੀ, ਤੇ ਇਹ ਫਾਲਸ ਹੈ ਕਿਉਂਕਿ ਇਸ ਦੇ ਬਹੁਤ ਨੁਕਸਾਨ ਹਨ। ਵੀ ਸ਼ੁੱਡ ਗੈਟ ਆਰ ਵਹੀਕਲਸ ਚੈੱਕਡ ਐਟ ਸਪੈਸੀਫਿਕ ਇੰਟਰਵਲਸ, ਤੇ ਇਹ ਟਰੂ ਹੈ ਕਿ ਸਾਨੂੰ ਆਪਣੀ ਗੱਡੀਆਂ ਦੀ ਮੀਨਸ ਕਿ ਲਗਾਤਾਰ ਉਹ ਚੈਕਿੰਗ ਕਰਾਉਣੀ ਚਾਹੀਦੀ ਹੈ ਕੁਝ ਸਮਾਂ ਛੱਡਣ ਤੋਂ ਬਾਅਦ, ਤੇ ਇਹ ਬਿਲਕੁਲ ਟਰੂ ਹੈ। ਤੇ ਹੁਣ ਇਸ ਤੋਂ ਬਾਅਦ ਹੈ ਕੰਪਲੀਟ ਇਟ, ਤੇ ਅਸੀਂ ਪੋਇਮ ਵਿੱਚੋਂ ਲਾਈਨਾਂ ਦੇਖ ਕੇ ਇੱਥੇ ਕੰਪਲੀਟ ਕਰਨੀਆਂ ਹਨ। ਦ ਬਰਨਿੰਗ ਆਫ stubble is spreading pollution and we haven't still found any solution. ਇਸ ਤੋਂ ਬਾਅਦ use of vehicles is increasing day by day, out of which harmful emissions are finding way. ਤੇ ਇਸ ਤੋਂ ਬਾਅਦ vocabulary, ਤੇ ਇਸ ਵਿੱਚ ਕੀ ਹੈ ਕਿ write the names of things you see in the picture। ਤੇ ਇਸ ਪਿਕਚਰ ਵਿੱਚ ਅਸੀਂ ਕਈ ਚੀਜ਼ਾਂ ਨੂੰ ਦੇਖ ਰਹੇ ਹਾਂ ਤੇ 8 ਚੀਜ਼ਾਂ ਦੇ ਨਾਂ ਅਸੀਂ ਲਿਖਣੇ ਹਨ, ਜਿਵੇਂ ਕਿ sun, clouds, stars, moon, mountains, elephant, trees, flowers। ਤੇ ਇਸ ਤਰ੍ਹਾਂ ਤੁਸੀਂ 8 ਚੀਜ਼ਾਂ ਦੇ ਨਾਂ ਲਿਖ ਸਕਦੇ ਹੋ। ਤੇ ਉਸ ਤੋਂ ਬਾਅਦ ਹੈ ਰਾਈਟ ਦਾ ਨੇਮਸ ਆਫ ਦਾ ਬਰਡਸ, ਤੇ ਪੰਛੀਆਂ ਦੇ ਨਾਮ ਤੁਸੀਂ ਲਿਖਣੇ ਹਨ। ਆਊਲ, ਸਪੈਰੋ, ਕ੍ਰੋ, ਪਿਜਨ, ਪੈਰਟ, ਡਕ, ਪੀਕੌਕ। ਇਸ ਤੋਂ ਬਾਅਦ ਹੈ ਲੈਂਗੁਏਜ ਕਾਰਨਰ, ਲੁੱਕ ਐਟ ਦਾ ਪਿਕਚਰਸ ਐਂਡ ਫਿਲ ਇਨ ਦਾ ਬਲੈਂਕਸ ਵਿਦ ਅ ਸੁਟੇਬਲ ਡਿਸਕ੍ਰਾਈਬਿੰਗ ਵਰਡ। ਕਿ ਤੁਸੀਂ ਪਿਕਚਰ ਨੂੰ ਦੇਖੋ, ਫੋਟੋ ਨੂੰ ਦੇਖੋ ਤੇ ਖਾਲੀ ਥਾਂ ਨੂੰ ਕਿਸੇ ਸੁਟੇਬਲ ਡਿਸਕ੍ਰਾਈਬਿੰਗ ਵਰਡ ਨਾਲ ਭਰੋ। ਅ ਸਵੀਟ ਮੈਂਗੋ, ਅ ਬਿਊਟੀਫੁਲ ਫਲਾਵਰ, ਅ ਸ਼ੇਡੀ ਟਰੀ, a tasty ice cream, a sports car, a big elephant। ਤੇ such describing words are called adjectives। ਤੇ ਇਹਨਾਂ ਸ਼ਬਦਾਂ ਨੂੰ, ਜਿਵੇਂ a big elephant, ਤੇ ਇਸ ਵਿੱਚ ਜਿਹੜਾ big ਹੈ ਉਹ adjective ਹੈ ਕਿਉਂਕਿ ਉਹ ਡਿਸਕ੍ਰਾਈਬ ਕਰ ਰਿਹਾ ਕਿ ਨਾਉਂ ਜਾਂ ਪ੍ਰਨਾਉਂ ਦੀ ਵਿਸ਼ੇਸ਼ਤਾ ਦੱਸ ਰਿਹਾ। These words describe a noun or pronoun। ਨਾਉਨ ਹੁੰਦਾ ਨਾਉਂ ਤੇ ਪ੍ਰਨਾਉਨ ਹੁੰਦਾ ਪ੍ਰਨਾਉਂ। ਤੇ ਇਹਨਾਂ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਐਡਜੈਕਟਿਵਸ। ਇਸ ਤੋਂ ਬਾਅਦ ਅੰਡਰਲਾਈਨ ਦਾ ਐਡਜੈਕਟਿਵਸ ਇਨ ਦਾ ਫੋਲੋਇੰਗ ਸੈਂਟੈਂਸਸ। ਤੇ ਥੱਲੇ ਦਿੱਤੇ ਗਏ ਲਾਈਨਾਂ ਵਿੱਚ ਅਸੀਂ ਐਡਜੈਕਟਿਵਸ ਨੂੰ ਅੰਡਰਲਾਈਨ ਕਰਨਾ ਹੈ। ਮਾਈ ਮਦਰ ਕੁਕਸ ਟੇਸਟੀ ਫੂਡ, ਤੇ ਇਸ ਵਿੱਚ ਐਡਜੈਕਟਿਵ ਹੈ ਟੇਸਟੀ। ਦਾ ਪੇਂਟਿੰਗ ਇਜ਼ ਵੈਰੀ ਕਲਰਫੁਲ, ਤੇ ਪੇਂਟਿੰਗ ਦੀ ਕੀ ਵਿਸ਼ੇਸ਼ਤਾ ਹੈ ਕਿ ਉਹ ਬਹੁਤ ਕਲਰਫੁਲ ਹੈ, ਤੇ ਕਲਰਫੁਲ ਹੋ ਗਿਆ ਐਡਜੈਕਟਿਵ। ਐਲੀਫੈਂਟ ਇਜ਼ ਅ ਹਿਊਜ ਐਨੀਮਲ, ਤੇ ਇਸ ਵਿੱਚ ਐਡਜੈਕਟਿਵ ਹੈ ਹਿਊਜ। ਵੀ ਸ਼ੁੱਡ ਈਟ ਫਰੈਸ਼ ਫਰੂਟਸ, ਤੇ ਇਸ ਵਿੱਚ ਐਡਜੈਕਟਿਵ ਹੈ ਫਰੈਸ਼। ਐਂਡ ਓਲਡ ਮੈਨ ਵਾਜ਼ ਸਿਟਿੰਗ ਔਨ ਦਾ ਬੈਂਚ, ਤੇ ਇੱਥੇ ਐਡਜੈਕਟਿਵ ਹੈ ਓਲਡ। ਇਸ ਤੋਂ ਬਾਅਦ ਹੈ ਡਿਗਰੀਜ਼ ਆਫ ਐਡਜੈਕਟਿਵਸ, ਵਿਸ਼ੇਸ਼ਣ ਦੀਆਂ ਡਿਗਰੀਆਂ। ਸਮਟਾਈਮਸ ਐਡਜੈਕਟਿਵਸ ਆਰ ਯੂਜ਼ਡ ਟੂ ਕੰਪੇਅਰ 2 or more ਨਾਊਨਸ ਔਰ ਪ੍ਰੋਨਾਊਨਸ। ਤੇ ਕਈ ਵਾਰੀ ਕੀ ਹੁੰਦਾ ਕਿ ਅਸੀਂ 2 ਜਾਂ 2 ਤੋਂ ਵੱਧ ਨਾਉਂ ਜਾਂ ਪ੍ਰੋਨਾਉਨ ਨੂੰ ਕੰਪੇਅਰ ਕਰਦੇ ਹਾਂ, ਤੇ ਉਸ ਕੰਪੈਰੀਜ਼ਨ ਲਈ ਅਸੀਂ ਵਿਸ਼ੇਸ਼ਣ ਦੀ ਵਰਤੋਂ ਕਰਦੇ ਹਾਂ, ਐਡਜੈਕਟਿਵ ਦੀ ਵਰਤੋਂ ਕਰਦੇ ਹਾਂ। ਐਵਰੀ ਐਡਜੈਕਟਿਵ ਹੈਜ਼ 3 degrees, ਪੋਜ਼ੀਟਿਵ ਡਿਗਰੀ, ਕੰਪੈਰੇਟਿਵ ਡਿਗਰੀ ਐਂਡ ਸੁਪਰਲੇਟਿਵ ਡਿਗਰੀ। ਕਿ ਹਰ ਵਿਸ਼ੇਸ਼ਣ ਦੀਆਂ 3 ਡਿਗਰੀਆਂ ਹੁੰਦੀਆਂ ਹਨ, ਹਰ ਐਡਜੈਕਟਿਵ ਦੀਆਂ 3 ਡਿਗਰੀਆਂ ਹੁੰਦੀਆਂ ਹਨ। ਕਿਹੜੀ? ਪੋਜ਼ੀਟਿਵ, ਸਕਾਰਾਤਮਕ ਡਿਗਰੀ ਜਾਂ ਪੋਜ਼ੀਟਿਵ ਡਿਗਰੀ, ਕੰਪੈਰੇਟਿਵ ਡਿਗਰੀ, ਤੁਲਨਾਤਮਕ ਡਿਗਰੀ, ਅਤੇ ਸੁਪਰਲੇਟਿਵ ਡਿਗਰੀ, ਉੱਤਮ ਡਿਗਰੀ। The comparative degree is usually formed by adding er and the superlative by adding est to the positive degree। ਤੇ ਕੰਪੈਰੇਟਿਵ ਡਿਗਰੀ ਬਣਾਉਣ ਲਈ ਅਸੀਂ er ਐਡ ਕਰ ਦਾਂਗੇ ਤੇ ਸੁਪਰਲੇਟਿਵ ਵਿੱਚ ਅਸੀਂ est ਐਡ ਕਰ ਦਾਂਗੇ ਪੋਜ਼ੀਟਿਵ ਡਿਗਰੀ ਨੂੰ, ਤੇ ਫਿਰ ਸਾਡੀ ਡਿਗਰੀਜ਼ ਉਹ ਚੇਂਜ ਹੋ ਜਾਣਗੀਆਂ।
ਤੇ ਹੁਣ ਅਸੀਂ ਐਗਜ਼ਾਮਪਲ ਦੇਖਦੇ ਹਾਂ। ਤੇ ਪੋਜ਼ਿਟਿਵ ਡਿਗਰੀ ਵਿੱਚ ਹੋ ਗਿਆ ਟੌਲ, ਤੇ ਕੰਪੈਰੇਟਿਵ ਵਿੱਚ ਹੋ ਗਿਆ ਟੌਲਰ, ਤੇ ਸੁਪਰਲੇਟਿਵ ਵਿੱਚ ਹੋ ਗਿਆ ਟੌਲੈਸਟ। ਤੇ ਇਸੇ ਤਰ੍ਹਾਂ ਹੌਟ, ਹੌਟਰ, ਹੌਟੈਸਟ। ਤੇ ਇੱਥੇ ਅਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਸਿਰਫ ਇੱਕੋ ਹੀ ਚੀਜ਼ ਦੀ ਗੱਲ ਕਰਾਂਗੇ ਤਾਂ ਅਸੀਂ ਪੋਜ਼ਿਟਿਵ ਡਿਗਰੀ ਨੂੰ ਯੂਜ਼ ਕਰਾਂਗੇ ਕਿ ਜਿਵੇਂ ਟੌਲ ਬॉय। ਪਰ ਜੇ ਅਸੀਂ ਦੋ ਚੀਜ਼ਾਂ ਦਾ ਕੰਪੈਰੀਜ਼ਨ ਕਰਾਂਗੇ ਤਾਂ ਅਸੀਂ ਕੰਪੈਰੇਟਿਵ ਡਿਗਰੀ ਨੂੰ ਯੂਜ਼ ਕਰਾਂਗੇ ਕਿ ਹੀ ਇਜ਼ ਟੌਲਰ ਦੈਨ ਹਿਮ, ਜਿਵੇਂ ਕਿ ਜਸਪ੍ਰੀਤ ਇਜ਼ ਟੌਲਰ ਦੈਨ ਰਾਜਨ। ਪਰ ਜੇ ਅਸੀਂ ਕਿਸੇ ਖੇਤਰ ਵਿੱਚ ਬੈਸਟ ਦੀ ਗੱਲ ਕਰਾਂਗੇ ਕਿ ਉਹ ਇਹਨਾਂ ਵਿੱਚੋਂ ਬੈਸਟ ਹੈ, ਤਾਂ ਫਿਰ ਅਸੀਂ ਥਰਡ ਡਿਗਰੀ ਜਾਂ ਸੁਪਰਲੇਟਿਵ ਡਿਗਰੀ ਦਾ ਯੂਜ਼ ਕਰਾਂਗੇ। ਤੇ ਸੁਪਰਲੇਟਿਵ ਡਿਗਰੀ ਦਾ ਇਹ ਵੀ ਰੂਲ ਹੁੰਦਾ ਕਿ ਉਸ ਤੋਂ ਪਹਿਲਾਂ TH ਹੀ ਉਹ ਯੂਜ਼ ਹੁੰਦਾ, ਜਿਵੇਂ ਕਿ ਸ਼ੀ ਇਜ਼ ਦ ਬੈਸਟ ਗਰਲ ਆਫ ਆਰ ਕਲਾਸ, ਕਿ ਸਾਡੀ ਕਲਾਸ ਵਿੱਚ ਉਹ ਸਭ ਤੋਂ ਬੈਸਟ ਹੈ। ਤੇ ਥੱਲੇ ਐਗਜ਼ਾਮਪਲਸ ਦੇਖਦੇ ਹਾਂ। ਗੁੱਡ, ਬੈਟਰ, ਬੈਸਟ, ਬੈਡ, ਵਰਸ, ਵਰਸਟ, brave, braver, bravest, clever, cleverer, cleverest, early, earlier, earliest, hot, hotter, hottest, tall, taller, tallest, old, older, oldest। ਤੇ ਜਿਹੜੇ ਬਾਕੀ ਨੇ ਉਹ ਤੁਸੀਂ ਆਪ ਹੀ ਰੀਡ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਕੰਪਲੀਟ ਦ ਫੋਲੋਇੰਗ ਸੈਂਟੈਂਸਸ ਬਾਈ ਯੂਜ਼ਿੰਗ ਦ ਕਰੈਕਟ ਡਿਗਰੀਜ਼ ਆਫ ਦ ਐਡਜੈਕਟਿਵਸ ਗਿਵਨ ਇਨ ਦ ਬ੍ਰੈਕਟਸ। ਤੇ ਹੁਣ ਅਸੀਂ ਫਿਲ ਇਨ ਦ ਬਲੈਂਕਸ ਕਰਨੇ, ਖਾਲੀ ਥਾਵਾਂ ਭਰਨੀਆਂ ਤੇ ਜਿਹੜੀ ਆਪਸ਼ਨ ਹੈ ਸਹੀ ਡਿਗਰੀ ਨੂੰ ਅਸੀਂ ਚੂਜ਼ ਕਰਨਾ ਹੈ। ਜਸਪ੍ਰੀਤ ਇਜ਼ ਟੌਲਰ ਦੈਨ ਰਾਜਨ, ਕਿਉਂਕਿ ਇੱਥੇ ਦੋ ਦਾ ਕੰਪੈਰੀਜ਼ਨ ਹੋ ਰਿਹਾ ਤੇ ਦੋ ਵਿੱਚ ਅਸੀਂ ਯੂਜ਼ ਕਰਨਾ ਕੰਪੈਰੇਟਿਵ ਡਿਗਰੀ, ਤੇ ਕੰਪੈਰੇਟਿਵ ਡਿਗਰੀ ਵਿੱਚ ਅਸੀਂ ਯੂਜ਼ ਕਰਾਂਗੇ TALL ਦੇ ਅੱਗੇ ER ਤੇ ਟੌਲਰ ਆ ਜਾਏਗਾ। ਇਸ ਤੋਂ ਬਾਅਦ ਸ਼ੀ ਇਜ਼ ਓਲਡਰ ਦੈਨ ਮਾਈ ਮਦਰ, ਤੇ ਸੇਮ ਰੂਲ ਇੱਥੇ ਹੀ ਯੂਜ਼ ਹੋਏਗਾ। ਇਸ ਤੋਂ ਬਾਅਦ ਸ਼ੀ ਇਜ਼ ਦ ਬੈਸਟ ਗਰਲ ਆਫ ਆਰ ਕਲਾਸ, ਤੇ ਕਿ ਪੂਰੀ ਕਲਾਸ ਵਿੱਚ ਸਭ ਤੋਂ ਉੱਤਮ ਹੈ, ਤੇ ਇੱਥੇ ਯੂਜ਼ ਹੋਏਗੀ ਸੁਪਰਲੇਟਿਵ ਡਿਗਰੀ, ਤੇ ਦ ਪਹਿਲਾਂ ਹੀ ਲੱਗਿਆ ਹੋਇਆ, ਤੇ ਸ਼ੀ ਇਜ਼ ਦ ਬੈਸਟ ਗਰਲ ਆਫ ਆਰ ਕਲਾਸ। ਆਈ ਐਮ ਐਨ ਐਫੀਸ਼ੀਐਂਟ ਵਰਕਰ, ਕਿਉਂਕਿ ਸਿਰਫ ਆਪਣੀ ਗੱਲ ਕੀਤੀ ਗਈ ਆ, ਤੇ ਇੱਥੇ ਯੂਜ਼ ਹੋਏਗੀ ਪੋਜ਼ਿਟਿਵ ਡਿਗਰੀ। ਅ ਡੌਗ ਇਜ਼ ਬਿਗਰ ਦੈਨ ਅ ਰੈਬਿਟ, ਤੇ ਕੰਪੈਰੇਟਿਵ ਡਿਗਰੀ ਦਾ ਯੂਜ਼ ਹੈ ਕਿਉਂਕਿ ਦੋ ਚੀਜ਼ਾਂ ਦਾ ਕੰਪੈਰੀਜ਼ਨ ਉਹ ਕੀਤਾ ਗਿਆ ਹੈ। ਤੇ ਇਸ ਤੋਂ ਬਾਅਦ ਕੰਪਲੀਟ ਦ ਸੈਂਟੈਂਸਸ ਯੂਜ਼ਿੰਗ ਸੁਟੇਬਲ ਆਰਟੀਕਲਸ ਐਨ ਜਾਂ ਦ, ਤੇ ਅਸੀਂ ਖਾਲੀ ਥਾਵਾਂ ਨੂੰ ਭਰਨਾ, ਪਰ ਅਸੀਂ ਠੀਕ ਆਰਟੀਕਲ ਨੂੰ ਚੂਜ਼ ਕਰਨਾ ਹੈ। ਆਈ ਐਮ ਰੀਡਿੰਗ ਅ ਬੁੱਕ, ਕਿ ਮੈਂ ਇੱਕ ਕਿਤਾਬ ਪੜ੍ਹ ਰਿਹਾ ਹਾਂ। ਹੀ ਇਜ਼ ਐਨ ਓਨੈਸਟ ਮੈਨ, ਤੇ ਇੱਥੇ ਐਚ ਸਾਇਲੈਂਟ ਹੈ ਤੇ ਉਹਦੀ ਸਾਊਂਡ ਆ ਰਹੀ ਹੈ, ਵੋਵਲ ਸਾਊਂਡ ਆ ਰਹੀ ਹੈ, ਤੇ ਯੂਜ਼ ਹੋਏਗਾ ਐਨ। ਦ ਰੈੱਡ ਫੋਰਟ ਇਜ਼ ਇਨ ਦਿੱਲੀ, ਤੇ ਕਿਸੇ ਖਾਸ ਬਿਲਡਿੰਗ ਦੀ ਗੱਲ ਹੋ ਰਹੀ ਹੈ, ਰੈੱਡ ਫੋਰਟ ਦੀ ਗੱਲ ਹੋ ਰਹੀ ਹੈ, ਲਾਲ ਕਿਲੇ ਦੀ ਗੱਲ ਹੋ ਰਹੀ ਹੈ, ਤੇ ਇੱਥੇ ਦ ਆਊਗਾ। ਸਪੀਕ ਦ ਟਰੁਥ, ਡੋਂਟ ਟੈਲ ਅ ਲਾਈ, ਅ ਬਰਡ ਇਜ਼ ਫਲਾਈਂਗ ਇਨ ਦ ਸਕਾਈ, ਮਾਈ ਕਜ਼ਨ ਇਜ਼ ਅ ਡਾਕਟਰ, ਐਨ ਐਸਟਰੋਨੌਟ ਕੈਨ ਗੋ ਟੂ ਦ ਮੂਨ, ਦ ਅਰਥ ਗੋਸ ਰਾਊਂਡ ਦ ਸਨ, ਦ ਵਿੰਡੋ ਇਜ਼ ਮੇਡ ਆਫ ਗਲਾਸ, ਕਿ ਉਹ ਜਿਹੜੀ ਖਿੜਕੀ ਹੈ ਤੇ ਇੱਕ ਪਰਟੀਕੂਲਰ ਖਿੜਕੀ ਦੀ ਗੱਲ ਕੀਤੀ ਗਈ, ਉਹ ਗਲਾਸ ਦੀ ਬਣੀ ਹੋਈ ਹੈ, ਤੇ ਇਸ ਕਰਕੇ ਦ ਯੂਜ਼ ਹੋਏਗਾ। ਦੇयर ਇਜ਼ ਐਨ ਐਪਲ ਐਂਡ ਅ ਬਨਾਨਾ ਇਨ ਦ ਪਲੇਟ, ਲੁੱਕ ਐਟ ਦ ਬਲੈਕ ਬੋਰਡ। ਇਸ ਤੋਂ ਬਾਅਦ ਹੈ ਪੰਚੁਏਟ ਐਂਡ ਰੀਰਾਈਟ ਦ ਫੋਲੋਇੰਗ ਪੈਰਾਗ੍ਰਾਫ, ਤੇ ਅਸੀਂ ਪੈਰਾਗ੍ਰਾਫ ਨੂੰ ਪੰਚੁਏਟ ਕਰਕੇ ਠੀਕ ਕਰਕੇ ਲਿਖਣਾ। ਤੇ ਮਨੂ ਵਾਂਟਡ ਟੂ ਸੀ ਅ ਲਾਇਨ, ਤੇ ਇਸ ਵਿੱਚ ਮਨੂ ਦਾ M ਹੋ ਜਾਏਗਾ ਕੈਪੀਟਲ। ਡੈਡ ਟੁਕ ਹਰ ਟੂ ਦ ਜ਼ੂ, ਤੇ ਇਸ ਵਿੱਚ ਡੈਡ ਦਾ D ਹੋ ਜਾਏਗਾ ਕੈਪੀਟਲ। ਮਨੂ ਸੌ ਅ ਲਾਇਨ ਇਨ ਦ ਕੇਜ, ਤੇ M ਕੈਪੀਟਲ ਹੋ ਜਾਏਗਾ। ਸ਼ੀ ਆਲਸੋ ਸੌ ਮੰਕੀ, ਟਾਈਗਰ, ਫੌਕਸ ਐਂਡ ਜ਼ੈਬਰਾ ਇਨ ਦ ਜ਼ੂ, ਤੇ ਇਸ ਵਿੱਚ ਸ਼ੀ ਦਾ S ਵੀ ਕੈਪੀਟਲ ਹੋਣਾ ਸੀ। ਸ਼ੀ ਵਾਜ਼ ਵੈਰੀ ਹੈਪੀ ਟੂ ਸੀ ਆਲ ਦ ਐਨੀਮਲਸ ਇਨ ਦ ਜ਼ੂ, ਤੇ ਇਸ ਵਿੱਚ ਸ਼ੀ ਦਾ S ਕੈਪੀਟਲ ਹੋ ਜਾਏਗਾ, ਤੇ ਐਂਡ ਵਿੱਚ ਆ ਜਾਊਗਾ ਫੁੱਲ ਸਟਾਪ। ਤੇ ਇਸ ਵਿੱਚ ਦੇਖ ਸਕਦੇ ਹੋ ਕਿੱਧਰ ਅਸੀਂ ਕੈਪੀਟਲ ਦਾ ਯੂਜ਼ ਕੀਤਾ, ਕਿੱਧਰ ਕੋਮਾ ਦਾ, ਤੇ ਕਿੱਧਰ ਫੁੱਲ ਸਟਾਪ ਦਾ, ਤੇ ਉਸੇ ਤਰ੍ਹਾਂ ਤੁਸੀਂ ਇਸ ਨੂੰ ਆਪਣੀ ਬੁੱਕਸ ਵਿੱਚ ਨੋਟ ਕਰ ਸਕਦੇ ਹੋ। ਤੇ ਹੁਣ ਅਸੀਂ ਪੜ੍ਹਾਂਗੇ ਪੋਇਮ ਫਾਦਰ ਅਪ ਅਬਵ। ਤੇ ਆਓ ਪੋਇਮ ਪੜ੍ਹਦੇ ਤੇ ਨਾਲ ਦੀ ਨਾਲ ਇਸ ਨੂੰ ਸਮਝਦੇ ਵੀ ਹਾਂ। ਓ ਮਾਈ ਆਈਜ਼ ਵਟ ਯੂ ਸੀ, ਦੇਰ ਇਜ਼ ਫਾਦਰ ਅਪ ਅਬਵ, ਲੁਕਿੰਗ ਡਾਊਨ ਵਿਦ ਟੈਂਡਰ ਲਵ, ਸੋ ਬੀ ਕੇਅਰਫੁਲ ਵਟ ਟੂ ਸੀ। ਓ ਮੇਰੀਆਂ ਅੱਖਾਂ ਕੀ ਦੇਖ ਰਹੀਆਂ ਹਨ, ਤੇ ਉੱਪਰੋਂ ਸਾਡਾ ਫਾਦਰ, ਸਾਡਾ ਪਿਤਾ ਸਾਨੂੰ ਦੇਖ ਰਿਹਾ, ਤੇ ਪਿਆਰ ਨਾਲ, ਟੈਂਡਰ ਲਵ ਨਾਲ ਦੇਖ ਰਿਹਾ, ਪਿਆਰ ਨਾਲ ਸਾਨੂੰ ਸਾਡਾ ਪਿਤਾ ਦੇਖ ਰਿਹਾ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਦੇਖ ਰਹੇ ਹੋ। ਤੇ ਇੱਥੇ ਸਾਡਾ ਫਾਦਰ ਅਪ ਅਬਵ ਕੌਣ ਹੈ, ਤੇ ਉਹ ਹੈ ਗੋਡ, ਰੱਬ, ਕਿ ਅਸੀਂ ਜੋ ਵੀ ਦੇਖ ਰਹੇ ਹਾਂ ਰੱਬ ਸਾਨੂੰ ਦੇਖ ਰਿਹਾ ਵੀ ਅਸੀਂ ਕੀ ਦੇਖ ਰਹੇ ਹਾਂ, ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਕੀ ਦੇਖ ਰਹੇ ਹਾਂ। ਓ ਮਾਈ ਈਅਰਸ ਵਟ ਯੂ ਹੀਅਰ, ਦੇਰ ਇਜ਼ ਫਾਦਰ ਅਪ ਅਬਵ, ਲੁਕਿੰਗ ਡਾਊਨ ਵਿਦ ਟੈਂਡਰ ਲਵ, ਸੋ ਬੀ ਕੇਅਰਫੁਲ ਵਟ ਟੂ ਹੀਅਰ। ਉਹ ਮੇਰੇ ਕੰਨ, ਤੁਸੀਂ ਕੀ ਸੁਣ ਰਹੇ ਹੋ,
ਕਿ ਸਾਡਾ ਰੱਬ ਸਾਨੂੰ ਪਿਆਰ ਨਾਲ ਦੇਖ ਰਿਹਾ ਕਿ ਅਸੀਂ ਕੀ ਸੁਣ ਰਹੇ ਹਾਂ, ਤੇ ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕੀ ਸੁਣ ਰਹੇ ਹੋ, ਵੀ ਤੁਸੀਂ ਚੰਗੀ ਚੀਜ਼ਾਂ ਹੀ ਸੁਣੋ, ਮਾੜੀ ਗੱਲਾਂ ਨੂੰ, ਮਾੜੀ ਚੀਜ਼ਾਂ ਨੂੰ ਨਾ ਸੁਣੋ। ਓ ਮਾਈ ਹੈਂਡਸ ਵਟ ਡੂ ਯੂ ਡੂ, ਦੇਅਰ ਇਜ਼ ਫਾਦਰ ਅਪ ਅਬਵ ਲੁਕਿੰਗ ਡਾਊਨ ਵਿਦ ਟੈਂਡਰ ਲਵ, ਸੋ ਬੀ ਕੇਅਰਫੁਲ ਵਟ ਟੂ ਡੂ। ਉਹ ਮੇਰੇ ਹੱਥ, ਤੁਸੀਂ ਕੀ ਕਰ ਰਹੇ ਹੋ, ਤੇ ਸਾਡਾ ਪਿਤਾ ਰੂਪੀ ਪਰਮੇਸ਼ਰ ਸਾਨੂੰ ਉੱਪਰੋਂ ਪਿਆਰ ਨਾਲ ਦੇਖ ਰਿਹਾ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਵੀ ਤੁਸੀਂ ਕੀ ਕਰ ਰਹੇ ਹੋ। ਓ ਮਾਈ ਫੀਟ ਵੇਅਰ ਡੂ ਯੂ ਗੋ, ਦੇਅਰ ਇਜ਼ ਫਾਦਰ ਅਪ ਅਬਵ ਲੁਕਿੰਗ ਡਾਊਨ ਵਿਦ ਟੈਂਡਰ ਲਵ, ਸੋ ਬੀ ਕੇਅਰਫੁਲ ਵੇਅਰ ਟੂ ਗੋ। ਉਹ ਮੇਰੇ ਪੈਰ, ਤੁਸੀਂ ਕਿੱਥੇ ਜਾ ਰਹੇ ਹੋ, ਕਿ ਸਾਡਾ ਪਿਤਾ ਰੂਪੀ ਪਰਮੇਸ਼ਰ ਸਾਨੂੰ ਉੱਪਰੋਂ ਦੇਖ ਰਿਹਾ ਪਿਆਰ ਨਾਲ, ਤੇ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤੇ ਇਹ ਪੋਇਮ ਸਾਨੂੰ ਕੀ ਸਿੱਖਿਆ ਦਿੰਦੀ ਹੈ ਕਿ ਸਾਨੂੰ ਚੰਗੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਹਨ, ਚੰਗੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ, ਚੰਗੇ ਕੰਮ ਕਰਨੇ ਚਾਹੀਦੇ ਹਨ, ਅਤੇ ਚੰਗੀਆਂ ਥਾਵਾਂ 'ਤੇ ਜਾਣਾ ਚਾਹੀਦਾ ਹੈ। ਤੇ ਇਹ ਛੋਟੀ ਜਿਹੀ ਪੋਇਮ ਸਾਨੂੰ ਬਹੁਤ ਜ਼ਿਆਦਾ ਸਿੱਖਿਆ ਦਿੰਦੀ ਹੈ। ਤੇ ਹੁਣ ਅਸੀਂ ਪੜਾਂਗੇ ਸਟੋਰੀ, ਲੈਟਸ ਰੀਡ। ਤੇ ਅ ਮੈਨ ਐਂਡ ਹਿਜ਼ ਸਨ, ਇੱਕ ਬੰਦਾ ਅਤੇ ਉਸਦਾ ਪੁੱਤਰ। ਤੇ ਫੋਟੋ ਦੇ ਰਾਹੀਂ ਵੀ ਸਾਨੂੰ ਸਟੋਰੀ ਦੇ ਬਾਰੇ ਕਾਫੀ ਕੁਝ ਪਤਾ ਲੱਗ ਜਾਊਗਾ। One day a man was going to the market with his son and his ass. ਤੇ ਇੱਕ ਵਾਰੀ ਇੱਕ ਬੰਦਾ ਆਪਣੇ ਪੁੱਤਰ ਅਤੇ ਗਧੇ ਦੇ ਨਾਲ ਮਾਰਕੀਟ ਵਿੱਚ ਜਾ ਰਿਹਾ ਸੀ। They met a couple on the way. Why walk when you have an ass to ride? Called out the husband, let the boy get on the ass. ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਕਪਲ ਮਿਲਿਆ। ਕਪਲ ਹੁੰਦਾ ਹਸਬੈਂਡ ਵਾਈਫ, ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਕਿਹਾ, ਹਸਬੈਂਡ ਨੇ ਕਿਹਾ ਕਿ ਤੁਸੀਂ ਸਾਰੇ ਤੁਰ ਕੇ ਕਿਉਂ ਜਾ ਰਹੇ ਹੋ ਜਦੋਂ ਤੁਹਾਡੇ ਕੋਲ ਗਧਾ ਹੈ, ਤੇ ਬੱਚੇ ਨੂੰ, ਕਿ ਬॉय ਨੂੰ, ਆਪਣੇ ਮੁੰਡੇ ਨੂੰ ਤੁਸੀਂ ਗਧੇ ਦੇ ਉੱਪਰ ਬਿਠਾ ਦਿਓ। ਆਈ ਵੁੱਡ ਲਾਈਕ ਡੈਟ ਸੈਡ ਦਾ ਬॉय, ਹੈਲਪ ਮੀ ਫਾਦਰ, ਕਿ ਮੈਨੂੰ ਇਹ ਵਧੀਆ ਲੱਗੂਗਾ। ਤੇ ਬॉय ਨੇ ਕਿਹਾ, ਮੁੰਡੇ ਨੇ ਕਿਹਾ, ਤੇ ਪਿਤਾ ਜੀ ਮੇਰੀ ਮਦਦ ਕਰੋ। ਸੂਨ ਦੇ ਮੈਟ ਅਨਦਰ ਕਪਲ, ਤੇ ਉਹ ਜਦੋਂ ਇਸ ਤਰ੍ਹਾਂ ਜਾ ਰਹੇ ਸਨ ਕਿ ਬੱਚਾ ਉਹ ਗਧੇ ਦੇ ਉੱਪਰ ਬੈਠਾ ਤੇ ਪਿਤਾ ਪੈਦਲ ਜਾ ਰਿਹਾ, ਤੇ ਉਹਨਾਂ ਨੂੰ ਇੱਕ ਹੋਰ ਕਪਲ ਮਿਲਿਆ, ਇੱਕ ਹੋਰ ਹਸਬੈਂਡ ਵਾਈਫ ਮਿਲੇ। ਹਾਊ ਸ਼ੇਮਫੁਲ ਆਫ ਯੂ ਕ੍ਰਾਈਡ ਦਾ ਵੂਮਨ, ਲੈਟ ਯੂਰ ਫਾਦਰ ਰਾਈਡ, ਵੋਂਟ ਹੀ ਬੀ ਟਾਇਰਡ। ਤੇ ਜਦੋਂ ਉਹਨਾਂ ਨੂੰ ਦੂਜਾ ਕਪਲ ਮਿਲਿਆ ਤੇ ਉਸਦੀ ਵੂਮਨ ਨੇ ਕਿਹਾ, ਮੁੰਡੇ ਨੂੰ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਆਪਣੇ ਪਿਤਾ ਨੂੰ ਉੱਪਰ ਬੈਠਣ ਦੇ, ਕਿ ਉਹ ਥੱਕ ਨਹੀਂ ਜਾਊਗਾ ਥੱਲੇ ਪੈਦਲ ਚੱਲ ਕੇ। ਸੋ ਦਾ ਬॉय ਗॉट ਡਾਊਨ ਐਂਡ ਦਾ ਫਾਦਰ ਰੋਡ ਦਾ ਐਸ, ਤੇ ਹੁਣ ਪੁੱਤਰ ਥੱਲੇ ਆ ਗਿਆ ਤੇ ਹੁਣ ਪਿਤਾ ਗਧੇ ਦੇ ਉੱਪਰ ਬੈਠਾ। ਅਗੇਨ ਦੇ ਮਾਰਚਡ ਔਨ, ਤੇ ਫਿਰ ਇਸ ਤਰ੍ਹਾਂ ਉਹ ਤੁਰਦੇ ਗਏ। ਪੂਅਰ ਬॉय ਸੈਡ ਦਾ ਨੈਕਸਟ ਪਰਸਨ ਦੇ ਮੈਟ, ਵਾਈ ਸ਼ੁੱਡ ਦਾ ਲੇਜ਼ੀ ਫਾਦਰ ਰਾਈਡ ਵਿਦ ਹਿਜ਼ ਸਨ ਇਜ਼ ਵਾਕਿੰਗ, ਸੋ ਦਾ ਬॉय ਗॉट ਔਨ ਟੂ ਦਾ ਐਸ ਟੂ। ਤੇ ਜਦੋਂ ਉਹਨਾਂ ਨੂੰ ਅਗਲਾ ਬੰਦਾ ਮਿਲਿਆ ਤੇ ਉਸਨੇ ਕਿਹਾ, ਪੂਅਰ ਬॉय ਵਿਚਾਰਾ ਮੁੰਡਾ, ਤੇ ਉਸਨੇ ਕਿਹਾ ਕਿ ਲੇਜ਼ੀ ਫਾਦਰ ਨੂੰ ਕੀ ਰਾਈਡ ਕਿਉਂ ਕਰਨੀ ਚਾਹੀਦੀ ਹੈ ਜਦੋਂ ਉਸਦਾ ਪੁੱਤਰ ਚੱਲ ਕੇ ਜਾ ਰਿਹਾ। ਤੇ ਉਸ ਤੋਂ ਬਾਅਦ ਕੀ ਹੋਇਆ, ਸੋ ਦਾ ਬॉय ਗॉट ਔਨ ਟੂ ਦਾ ਐਸ ਟੂ, ਤੇ ਫਿਰ ਮੁੰਡਾ ਵੀ ਗਧੇ ਦੇ ਉੱਪਰ ਬੈਠ ਗਿਆ। ਐਜ਼ ਦੇ ਵੈਂਟ ਔਨ ਦੇ ਮੈਟ ਸਮ ਟਰੈਵਲਸ, ਫਿਰ ਉਹਨਾਂ ਨੂੰ ਕੁਝ ਯਾਤਰੂ ਮਿਲੇ। ਹਾਊ ਕਰੂਅਲ ਆਫ ਦੈਮ, ਕਿ ਇਹ ਕਿੰਨੇ ਜ਼ਾਲਮ ਹਨ। ਦੇ ਆਰ ਅਪ ਟੂ ਕਿਲ ਦਾ ਪੂਅਰ ਐਸ, ਕਿ ਉਹ ਗਧੇ ਨੂੰ ਮਾਰ ਦੇਣਗੇ। ਕ੍ਰਾਈਡ ਵਨ ਆਫ ਦਾ ਟਰੈਵਲਰਸ, ਕਿਸ ਤਰ੍ਹਾਂ ਮਾਰ ਦੇਣਗੇ, ਉਸ 'ਤੇ ਲੋਡ ਪਾ ਕੇ। ਹੀਅਰਿੰਗ ਦਿਸ ਦਾ ਫਾਦਰ ਐਂਡ ਦਾ ਸਨ ਗॉट ਡਾਊਨ, ਤੇ ਇਹ ਸੁਣ ਕੇ ਪਿਤਾ ਤੇ ਪੁੱਤਰ ਦੋਵੇਂ ਹੀ ਹੇਠਾਂ ਆ ਗਏ। ਨਾਓ ਦੇ ਡਿਸਾਈਡਡ ਟੂ ਕੈਰੀ ਦਾ ਐਸ ਔਨ ਦੇਅਰ ਸ਼ੋਲਡਰਸ। ਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਡਿਟੇਲ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਨੇ ਇੱਕ ਸੋਟੀ ਲਿੱਤੀ, ਗਧੇ ਦੇ ਪੈਰ ਬੰਨ੍ਹ ਦਿੱਤੇ ਤੇ ਆਪਣੇ ਮੋਢਿਆਂ 'ਤੇ, ਜਿਸ ਤਰ੍ਹਾਂ ਫੋਟੋ ਵਿੱਚ ਦਿਖਾਇਆ ਗਿਆ, ਤੇ ਉਸ 'ਤੇ ਗਧੇ ਨੂੰ ਲੈ ਲਿਆ। ਐਜ਼ ਦੇ ਡਿਡ ਸੋ ਦ ਟਰੈਵਲਰਸ ਬ੍ਰੋਕ ਇਨਟੂ ਲਾਫਟਰ, ਤੇ ਹੁਣ ਜਦੋਂ ਇਸ ਤਰ੍ਹਾਂ ਲੈ ਕੇ ਜਾ ਰਹੇ ਸਨ ਤੇ ਜਿਹੜੇ ਯਾਤਰੂ ਸਨ ਉਹ ਹੱਸਣ ਲੱਗ ਪਏ। ਦ ਲਾਫਟਰ ਫਰਾਈਟਨਡ ਦਾ ਐਸ, ਤੇ ਹੁਣ ਜਿਹੜਾ ਗਧਾ ਉਹ ਘਬਰਾ ਗਿਆ। ਇਟ ਬ੍ਰੋਕ ਫਰੀ ਐਂਡ ਗੈਲਪਡ ਅਵੇ, ਤੇ ਜਿਹੜਾ ਉਹ ਫਰੀ ਹੋ ਗਿਆ, ਮੀਨਸ ਕਿ ਉਸਨੇ ਆਪਣੇ ਆਪ ਨੂੰ ਛੁਡਾ ਲਿਆ ਗਧੇ ਨੇ, ਤੇ ਉਹ ਭੱਜ ਗਿਆ। ਮੋਰਲ, ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਯੂ ਕੈਨ ਨਾਟ ਪਲੀਜ਼ ਐਵਰੀਵਨ, ਕਿ ਤੁਸੀਂ ਹਰ ਕਿਸੇ ਨੂੰ ਪਲੀਜ਼ ਜਾਂ ਸੈਟਿਸਫਾਈ ਨਹੀਂ ਕਰ ਸਕਦੇ। ਤੇ ਬੱਚਿਓ, ਇਹ ਜਿਹੜੀ ਕਹਾਣੀ ਹੈ ਨਾ 6th ਕਲਾਸ ਦੀ ਪੰਜਾਬੀ ਵਿੱਚ ਵੀ ਹੈਗੀ ਹੈ, ਪਹਿਲੀ ਭਾਸ਼ਾ ਦੀ ਪੁਸਤਕ ਵਿੱਚ, ਜਿਸ ਦਾ ਨਾਂ ਹੈ ਸਾਰਾ ਜੱਗ ਨਹੀਂ ਜਿੱਤਿਆ ਜਾਂਦਾ। ਤੇ ਜਦੋਂ ਤੁਸੀਂ ਨੈਕਸਟ ਈਅਰ ਅਗਲੇ ਸਾਲ ਕਲਾਸ 6 ਵਿੱਚ ਜਾਓਗੇ ਤਾਂ ਉਦੋਂ ਤੁਸੀਂ ਪੰਜਾਬੀ ਵਿੱਚ ਵੀ ਇਸ ਕਹਾਣੀ ਨੂੰ ਪੜ੍ਹੋਗੇ। ਤੇ ਹੁਣ ਅਸੀਂ ਸਿੱਖਦੇ ਹਾਂ ਨੋਟਿਸ ਲਿਖਣਾ, ਵੀ ਨੋਟਿਸ ਕਿਸ ਤਰ੍ਹਾਂ ਲਿਖਣਾ ਹੁੰਦਾ। ਇਮੈਜਿਨ ਯੂ ਆਰ ਰਣਜੀਤ ਸਟੱਡਿੰਗ ਇਨ ਗਵਰਨਮੈਂਟ ਐਲੀਮੈਂਟਰੀ ਸਕੂਲ ਮਾਨਸਾ ਐਂਡ ਯੂ ਹੈਵ ਲੋਸਟ ਯੂਰ ਪੈਨਸਿਲ ਬਾਕਸ, ਰਾਈਟ ਅ ਨੋਟਿਸ ਅਬਾਊਟ ਇਟ ਫॉर ਦ ਨੋਟਿਸ ਬੋਰਡ ਆਫ ਯੂਰ ਸਕੂਲ। ਤੁਸੀਂ ਇਹ ਮੰਨ ਲਓ ਕਿ ਤੁਹਾਡਾ ਨਾਂ ਰਣਜੀਤ ਹੈ ਤੇ ਤੁਸੀਂ ਗਵਰਨਮੈਂਟ ਐਲੀਮੈਂਟਰੀ ਸਕੂਲ ਮਾਨਸਾ ਵਿੱਚ ਪੜ੍ਹਦੇ ਹੋ, ਤੇ ਤੁਹਾਡਾ ਪੈਨਸਿਲ ਬਾਕਸ ਹੈ ਉਹ ਗੁਆਚ ਗਿਆ। ਤੇ ਹੁਣ ਤੁਸੀਂ ਨੋਟਿਸ ਲਿਖਣਾ ਹੈ ਇਸ ਦੇ ਰਿਗਾਰਡਿੰਗ। ਤੇ ਨੋਟਿਸ ਵਿੱਚ ਕਿਸ ਤਰ੍ਹਾਂ ਲਿਖ ਸਕਦੇ ਹੋ? ਪਹਿਲਾਂ ਸਕੂਲ ਦਾ ਨਾਮ ਗਵਰਨਮੈਂਟ ਐਲੀਮੈਂਟਰੀ ਸਕੂਲ ਮਾਨਸਾ, ਫਿਰ ਨੋਟਿਸ, ਫਿਰ ਡੇਟ ਪਾਣੀ ਹੈ, lost this is to inform you that I have lost my pencil box in the playground, ਕਿ ਮੇਰਾ ਪਲੇਗਰਾਊਂਡ ਵਿੱਚ ਪੈਨਸਿਲ ਬਾਕਸ ਗੁਆਚ ਗਿਆ। ਇਟ ਇਜ਼ ਬਲੈਕ ਐਂਡ ਰੈਡ ਇਨ ਕਲਰ, ਤੇ ਉਹ ਕਾਲੇ ਤੇ ਲਾਲ ਰੰਗ ਦਾ ਹੈਗਾ।
ਐਨੀਵਨ ਹੂ ਫਾਈਂਡਸ ਇਟ ਪਲੀਜ਼ ਰਿਟਰਨ ਇਟ ਟੂ ਅੰਡਰਸਾਈਨਡ, ਕਿ ਜਿਸ ਨੂੰ ਇਹ ਮਿਲੇ ਉਹ ਹੇਠਾਂ ਲਿਖੇ ਹੋਏ ਬੰਦੇ ਨੂੰ ਵਾਪਸ ਕਰ ਦੇ। ਰਣਜੀਤ ਕਲਾਸ 5। ਫਿਰ ਆਪਣਾ ਨਾਂ, ਅਤੇ ਇਸ ਤਰ੍ਹਾਂ ਤੁਸੀਂ ਨੋਟਿਸ ਲਿਖ ਸਕਦੇ ਹੋ। ਉਸ ਤੋਂ ਬਾਅਦ ਮੇਕ ਅ ਲਿਸਟ ਆਫ ਦ ਥਿੰਗਸ ਦੈਟ ਵੀ ਗੈਟ ਫਰਮ ਟਰੀਜ਼, ਕਿ ਸਾਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ। ਫਰੂਟਸ, ਵੈਜੀਟੇਬਲਸ, ਆਕਸੀਜਨ, ਸ਼ੇਡ, ਵੁੱਡ, ਮੈਡੀਸਿਨਸ। ਮੈਡੀਸਿਨਸ ਦਾ ਅਰਥ ਹੈ ਵੀ ਜੜੀ ਬੂਟੀਆਂ ਸਾਨੂੰ ਰੁੱਖਾਂ ਤੋਂ ਮਿਲਦੀਆਂ ਹਨ। ਅਤੇ ਸ਼ੈਲਟਰ ਫॉर ਬਰਡਸ ਐਂਡ ਐਨੀਮਲਸ, ਕਿ ਬਰਡਸ ਅਤੇ ਐਨੀਮਲਸ ਵਾਸਤੇ ਸ਼ੈਲਟਰ ਘਰ ਰੁੱਖਾਂ ਵਿੱਚ ਉਹ ਬਣਦਾ, ਜਿਵੇਂ ਪੰਛੀ ਆਪਣੇ ਆਲਣੇ ਰੁੱਖਾਂ ਵਿੱਚ ਬਣਾਉਂਦੇ ਹਨ। ਅਤੇ ਇਸ ਤੋਂ ਬਾਅਦ ਪਿਕਚਰ ਕੰਪੋਜੀਸ਼ਨ, ਕਿ ਲੁੱਕ ਐਟ ਦ ਪਿਕਚਰ ਕੇਅਰਫੁਲੀ ਐਂਡ ਰਾਈਟ 5 sentences ਅਬਾਊਟ ਇਟ, ਕਿ ਅਸੀਂ ਫੋਟੋ ਨੂੰ ਧਿਆਨ ਨਾਲ ਦੇਖਣਾ ਅਤੇ ਇਸ ਬਾਰੇ ਅਸੀਂ 5 ਲਾਈਨਾਂ ਉਹ ਲਿਖਣੀਆਂ ਹਨ। ਦੇਰ ਆਰ 10 people ਇਨ ਦ ਪਿਕਚਰ, ਕਿ ਇਸ ਪਿਕਚਰ ਵਿੱਚ 10 ਲੋਕ ਹਨ। ਵਨ ਮੈਨ ਇਜ਼ ਸੈਲਿੰਗ ਆਈਸਕ੍ਰੀਮ ਆਊਟਸਾਈਡ ਅ ਮਾਲ, ਅਤੇ ਇੱਕ ਮਾਲ ਦੇ ਅੱਗੇ ਇੱਕ ਬੰਦਾ ਹੈ ਉਹ ਆਈਸਕ੍ਰੀਮ ਵੇਚ ਰਿਹਾ। ਸਮ ਪੀਪਲ ਆਰ ਲੁਕਿੰਗ ਹੈਪੀਲੀ ਐਟ ਦ ਆਈਸਕ੍ਰੀਮ ਸ਼ੋਪ, ਅਤੇ ਕੁਝ ਲੋਕ ਆਈਸਕ੍ਰੀਮ ਸ਼ੋਪ ਵੱਲ ਬੜੀ ਖੁਸ਼ੀ ਨਾਲ ਦੇਖ ਰਹੇ ਹਨ। ਵਨ ਬॉय ਇਜ਼ ਈਟਿੰਗ ਸਮਥਿੰਗ, ਇੱਕ ਮੁੰਡਾ ਕੁਝ ਖਾ ਰਿਹਾ। ਸਮ ਪੀਪਲ ਆਰ ਗੋਇੰਗ ਇਨਸਾਈਡ ਦਾ ਮਾਲ, ਵੀ ਕੁਝ ਲੋਕ ਮਾਲ ਦੇ ਅੰਦਰ ਜਾ ਰਹੇ ਹਨ। ਅਤੇ ਇਸ ਤੋਂ ਬਾਅਦ ਵੈਲਿਊ ਆਈ ਲਰਨਡ, ਕਿ ਇਸ ਪਾਰਟ ਤੋਂ ਅਸੀਂ ਕੀ ਸਿੱਖਿਆ। ਵੇਜ਼ ਟੂ ਸੇਵ ਮਦਰ ਅਰਥ, ਕਿ ਅਸੀਂ ਧਰਤੀ ਮਾਂ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ। ਗਰੋ ਮੋਰ ਟਰੀਜ਼, ਕਿ ਸਾਨੂੰ ਰੁੱਖ ਲਾਉਣੇ ਚਾਹੀਦੇ ਹਨ। ਯੂਜ਼ ਪੇਪਰ ਬੈਗਸ ਐਂਡ ਸੇ ਨੋ ਟੂ ਪੋਲੀਥੀਨ, ਅਤੇ ਸਾਨੂੰ ਪੇਪਰ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਡੋਂਟ ਪੋਲਿਊਟ ਦਾ ਵਾਟਰ, ਕਿ ਪਾਣੀ ਨੂੰ ਪ੍ਰਦੂਸ਼ਿਤ ਨਹੀਂ ਕਰਨਾ। ਡੋਂਟ ਪੋਲਿਊਟ ਦਾ ਏਅਰ, ਕਿ ਹਵਾ ਨੂੰ ਵੀ ਪ੍ਰਦੂਸ਼ਿਤ ਅਸੀਂ ਨਹੀਂ ਕਰਨਾ। ਅਤੇ ਇਸ ਤੋਂ ਬਾਅਦ ਐਕਟੀਵਿਟੀ ਹੈ ਤੁਹਾਡੇ ਲਈ ਕਿ ਤੁਸੀਂ ਸੇਵ ਟਰੀਜ਼ ਦਾ ਜਿਹੜਾ ਪੋਸਟਰ ਹੈ ਉਹ ਬਣਾਉਣਾ ਹੈ, ਅਤੇ ਜਿਸ ਤਰ੍ਹਾਂ ਦਾ ਪੋਸਟਰ ਬਣਾਉਣਾ ਉਸ ਤਰ੍ਹਾਂ ਦੀ ਫੋਟੋ ਬਣੀ ਹੋਈ ਹੈ, ਅਤੇ ਇਸ ਤਰ੍ਹਾਂ ਦਾ ਪੋਸਟਰ ਤੁਸੀਂ ਬਣਾ ਸਕਦੇ ਹੋ। ਅਤੇ ਇਸ ਤੋਂ ਬਾਅਦ ਜਰਮੀਨੇਸ਼ਨ ਆਫ ਸੀਡਸ, ਅਤੇ ਤੁਸੀਂ ਛੋਟਾ ਜਿਹਾ ਪੋਟ ਜਾਂ ਬਾਊਲ ਲੈਣਾ ਅਤੇ ਉਸ ਵਿੱਚ ਉਸਨੂੰ ਅੱਧੇ ਬਾਊਲ ਵਿੱਚ ਮਿੱਟੀ ਪਾਉਣੀ ਹੈ, ਅਤੇ ਸੀਜ਼ਨ ਦੇ ਅਕੋਰਡਿੰਗਲੀ ਤੁਸੀਂ ਬੀਜ ਪਾਉਣਾ ਅਤੇ ਉਸ ਵਿੱਚ ਪਾਣੀ ਦੇਣਾ ਐਵਰੀਡੇ, ਅਤੇ ਤੁਸੀਂ ਦੇਖਣਾ ਵੀ ਉਸ ਦਾ ਪੌਦਾ ਕਦੋਂ ਉੱਗਦਾ ਹੈ। ਥਿੰਕ ਓਵਰ ਇਟ, ਇਸ ਬਾਰੇ ਸੋਚ ਵਿਚਾਰ ਕਰੋ। 2 ਮੈਚਿਓਰ ਟਰੀਜ਼ ਕੈਨ ਸਪਲਾਈ ਇਨਫ ਆਕਸੀਜਨ ਐਨੂਅਲੀ ਟੂ ਸਪੋਰਟ ਅ ਫੈਮਿਲੀ ਆਫ 4। ਅਤੇ ਇਸ ਦਾ ਅਰਥ ਹੈ ਕਿ 2 ਪੂਰੀ ਤਰ੍ਹਾਂ ਉੱਗੇ ਹੋਏ ਰੁੱਖ ਸਾਨੂੰ ਉਨੀ ਆਕਸੀਜਨ ਦੇ ਸਕਦੇ ਹਨ ਕਿ ਪੂਰੇ ਸਾਲ 4 ਲੋਕਾਂ ਦੀ ਫੈਮਿਲੀ ਹੈ ਉਹ ਸਰਵਾਈਵ ਹੋ ਜਾਊਗੀ। ਅਤੇ ਰੁੱਖਾਂ ਦੇ ਸਾਨੂੰ ਕਿੰਨੇ ਫਾਇਦੇ ਹਨ।